ਹੈਲੋ, ਕੀ ਹਾਲ ਚਾਲ ਆ ਜੀ। ਇਸ ਮੂਵੀ ਵਿੱਚ ਆਪਾਂ ਇਹ ਦੇਖਾਂਗੇ ਕਿ ਇੱਕ ਔਰਤ ਜਵਾਨ ਅਤੇ ਸੋਹਣੇ ਮੁੰਡੇ ਨੂੰ ਕਿਵੇਂ ਪੱਟਦੀ ਹੈ ਅਤੇ ਉਹ ਉਸ ਦੇ ਨਾਲ ਸਭ ਕੁਝ ਕਿਵੇਂ ਕਰ ਲੈਂਦੀ ਹੈ ਅਤੇ ਬਾਅਦ ਵਿੱਚ ਉਹ ਵਾਲਾ ਮੁੰਡਾ ਉਸ ਔਰਤ ਦੀ ਕੁੜੀ ਨੂੰ ਕਿਵੇਂ ਪੱਟਦਾ ਹੈ ਅਤੇ ਜਦੋਂ ਉਹ ਉਸ ਦੀ ਕੁੜੀ ਦੇ ਨਾਲ ਵਿਆਹ ਕਰਵਾਉਣ ਵਾਲਾ ਹੁੰਦਾ ਹੈ ਤਾਂ ਉਹ ਔਰਤ ਉੱਥੇ ਕਿਹੜਾ ਡਰਾਮਾ ਕਰਦੀ ਹੈ ਤੇ ਨਾਲ ਦੀ ਨਾਲ ਉੱਥੇ ਕਿਹੜਾ ਪੰਗਾ ਪੈ ਜਾਂਦਾ ਹੈ ਅਤੇ ਫਿਰ ਅਸੀਂ ਇਹ ਦੇਖਾਂਗੇ ਕਿ ਉਹ ਉਸ ਮੁੰਡੇ ਦੀ ਸੱਸ ਬਣ ਪਾਉਂਦੀ ਹੈ ਜਾਂ ਨਹੀਂ। ਸੋ ਹੁਣ ਤੁਸੀਂ ਸਾਡੇ ਨਾਲ ਬਣੇ ਰਹੋ। ਆਪਾਂ ਇਸ ਮੂਵੀ ਦੀ ਐਕਸਪਲੇਸ਼ਨ ਨੂੰ ਸ਼ੁਰੂ ਕਰਦੇ ਹਾਂ। ਹੁਣ ਜਦੋਂ ਇਹ ਮੂਵੀ ਸ਼ੁਰੂ ਹੁੰਦੀ ਆ ਤਾਂ ਇੱਥੇ ਅਸੀਂ ਇੱਕ ਬੈਨ ਨਾਮ ਦੇ ਮੁੰਡੇ ਨੂੰ ਦੇਖਦੇ ਹਾਂ ਜੋ ਕਿ ਆਪਣੇ ਪਿਤਾ ਦੇ ਨਾਲ ਗੱਲ ਕਰ ਰਿਹਾ ਹੁੰਦਾ ਹੈ ਅਤੇ ਬੈਨ ਨੇ ਹੁਣੇ ਗ੍ਰੈਜੂਏਸ਼ਨ ਪਾਸ ਕੀਤੀ ਹੈ, ਜਿਸ ਕਰਕੇ ਉਹ ਖੁਸ਼ੀ ਮਨਾਉਣ ਦੇ ਲਈ ਆਪਣੇ ਘਰ ਵਿੱਚ ਇੱਕ ਪਾਰਟੀ ਰੱਖਦੇ ਹਨ ਅਤੇ ਇਸ ਪਾਰਟੀ ਦੇ ਕਾਰਨ ਉਹਨਾਂ ਦੇ ਘਰ ਵਿੱਚ ਬਹੁਤ ਸਾਰੇ ਰਿਸ਼ਤੇਦਾਰ ਆਏ ਹੋਏ ਹਨ। ਉਹ ਰਿਸ਼ਤੇਦਾਰ ਬੈਨ ਨੂੰ ਵਧਾਈਆਂ ਦੇ ਰਹੇ ਹੁੰਦੇ ਹਨ, ਪਰ ਉਹ ਵਾਲਾ ਮੁੰਡਾ ਉੱਥੋਂ ਆਪਣੇ ਕਮਰੇ ਦੇ ਵਿੱਚ ਚਲੇ ਜਾਂਦਾ ਹੈ ਕਿਉਂਕਿ ਉਹਨੂੰ ਇੰਨੀ ਜ਼ਿਆਦਾ ਭੀੜ ਪਸੰਦ ਨਹੀਂ ਹੁੰਦੀ। ਪਰ ਕੁਝ ਸਮੇਂ ਬਾਅਦ ਉਸ ਦੇ ਕਮਰੇ ਦੇ ਵਿੱਚ ਇੱਕ ਔਰਤ ਆਉਂਦੀ ਹੈ ਅਤੇ ਉਸ ਦਾ ਨਾਮ ਮਿਸਿਜ਼ ਰੋਬਿਨਸਨ ਹੁੰਦਾ ਹੈ ਅਤੇ ਉਹ ਬੈਨ ਦੇ ਕਮਰੇ ਦੇ ਵਿੱਚ ਆ ਕੇ ਸਿਗਰਟ ਪੀਣੀ ਸ਼ੁਰੂ ਕਰ ਦਿੰਦੀ ਹੈ ਅਤੇ ਉਹ ਨਾਲ ਦੀ ਨਾਲ ਬੈਨ ਨੂੰ ਵੀ ਪੁੱਛਦੀ ਹੈ ਕਿ ਤੂੰ ਸਿਗਰਟ ਪੀਣੀ ਚਾਹੁੰਦਾ ਹਾਂ, ਪਰ ਬੈਨ ਉਸ ਨੂੰ ਮਨਾ ਕਰ ਦਿੰਦਾ ਹੈ ਕਿਉਂਕਿ ਉਹ ਸਿਗਰਟ ਨਹੀਂ ਪੀਂਦਾ। ਇਹ ਉਹੀ ਔਰਤ ਆ ਜਿਹੜੀ ਇਸ ਮੁੰਡੇ ਦੀ ਸੱਸ ਬਣੇਗੀ ਅਤੇ ਉਹਦੇ ਨਾਲ ਸਭ ਕੁਝ ਕਰੇਗੀ। ਬਸ ਤੁਸੀਂ ਮੂਵੀ ਦੇ ਨਾਲ ਬਣੇ ਰਹੋ। ਹੁਣ ਉਹ ਔਰਤ ਬੈਨ ਦੇ ਕਮਰੇ ਵਿੱਚੋਂ ਜਾਣ ਲੱਗਦੀ ਹੈ ਅਤੇ ਉਹ ਬੈਨ ਨੂੰ ਇਹ ਕਹਿੰਦੀ ਹੈ ਕਿ ਤੂੰ ਮੈਨੂੰ ਮੇਰੇ ਘਰ ਤੱਕ ਛੱਡ ਕੇ ਆ ਸਕਦਾ ਹੈ। ਪਹਿਲਾਂ ਤਾਂ ਬੈਨ ਉਸ ਨੂੰ ਮਨਾ ਕਰ ਦਿੰਦਾ ਹੈ ਪਰ ਬਾਅਦ ਵਿੱਚ ਉਹ ਮੰਨ ਜਾਂਦਾ ਹੈ ਅਤੇ ਹੁਣ ਉਹ ਉਸ ਔਰਤ ਨੂੰ ਉਹਦੇ ਘਰ ਵਿੱਚ ਛੱਡਣ ਦੇ ਲਈ ਜਾ ਰਿਹਾ ਹੁੰਦਾ ਹੈ। ਜਦੋਂ ਉਹ ਉਹਦੇ ਘਰਾਂ ਦੇ ਅੱਗੇ ਚਲੇ ਜਾਂਦਾ ਹੈ ਤਾਂ ਉਹ ਔਰਤ ਉਸ ਨੂੰ ਇਹ ਕਹਿੰਦੀ ਹੈ ਕਿ ਤੂੰ ਮੈਨੂੰ ਮੇਰੇ ਘਰ ਦੇ ਅੰਦਰ ਤੱਕ ਛੱਡ ਕੇ ਆ ਕਿਉਂਕਿ ਮੈਨੂੰ ਹਨੇਰੇ ਤੋਂ ਡਰ ਲੱਗਦਾ ਹੈ ਅਤੇ ਹੁਣ ਬੈਨ ਉਸ ਔਰਤ ਨੂੰ ਉਹਦੇ ਘਰ ਦੇ ਅੰਦਰ ਤੱਕ ਛੱਡਣ ਲਈ ਚਲੇ ਜਾਂਦਾ ਹੈ। ਪਰ ਜਦੋਂ ਉਹ ਜਾ ਕੇ ਦੇਖਦਾ ਹੈ ਉਹਦੇ ਘਰ ਦੀਆਂ ਲਾਈਟਸ ਪਹਿਲਾਂ ਹੀ ਔਨ ਹੁੰਦੀਆਂ ਹਨ। ਇਸ ਕਰਕੇ ਬੈਨ ਜਦੋਂ ਵਾਪਸ ਜਾਣ ਲੱਗਦਾ ਹੈ ਪਰ ਉਹ ਔਰਤ ਉਸ ਨੂੰ ਰੋਕ ਲੈਂਦੀ ਹੈ। ਉਹ ਔਰਤ ਉਸ ਨੂੰ ਕਿਉਂ ਰੋਕਦੀ ਹੈ ਤੁਸੀਂ ਸਮਝ ਜਾਓ। ਉਹ ਔਰਤ ਉਸ ਨੂੰ ਇਹ ਕਹਿੰਦੀ ਹੈ ਕਿ ਜਦੋਂ ਤੱਕ ਮੇਰੇ ਘਰ ਵਾਲਾ ਇੱਥੇ ਨਹੀਂ ਆ ਜਾਂਦਾ ਤੂੰ ਇੱਥੇ ਹੀ ਰੁਕ ਜਾ ਅਤੇ ਹੁਣ ਉਹ ਔਰਤ ਬੈਨ ਨੂੰ ਸ਼ਰਾਬ ਪੀਣ ਦੇ ਲਈ ਕਹਿੰਦੀ ਹੈ ਪਰ ਬੈਨ ਉਸ ਨੂੰ ਮਨਾ ਕਰ ਦਿੰਦਾ ਹੈ। ਪਰ ਮਿਸਿਜ਼ ਰੋਬਿਨਸਨ ਉਹਦੇ ਹੱਥ ਵਿੱਚ ਧੱਕੇ ਨਾਲ ਸ਼ਰਾਬ ਵਾਲਾ ਗਲਾਸ ਫੜਾ ਦਿੰਦੀ ਹੈ ਅਤੇ ਉਸ ਨੂੰ ਪੀਣ ਦੇ ਲਈ ਕਹਿੰਦੀ ਹੈ ਅਤੇ ਹੁਣ ਮੁੰਡਾ ਵੀ ਸ਼ਰਾਬ ਪੀਣ ਲੱਗ ਪੈਂਦਾ ਹੈ ਅਤੇ ਬਾਅਦ ਵਿੱਚ ਉਹ ਦੋਨੇ ਜਾਣੇ ਕੁਝ ਗੱਲਾਂ ਕਰਦੇ ਹਨ। ਹੁਣ ਮਿਸਿਜ਼ ਰੋਬਿਨਸਨ ਬੈਨ ਨੂੰ ਆਪਣੀ ਪਰਸਨਲ ਲਾਈਫ ਜਾਣੀ ਕਿ ਨਿੱਜੀ ਜ਼ਿੰਦਗੀ ਬਾਰੇ ਦੱਸਣ ਲੱਗ ਪੈਂਦੀ ਹੈ ਅਤੇ ਮੁੰਡਾ ਸਮਝ ਜਾਂਦਾ ਹੈ ਕਿ ਇਹ ਮੇਰੇ ਨਾਲ ਕੁਝ ਗਲਤ ਕਰਨਾ ਚਾਹੁੰਦੀ ਹੈ, ਇਸ ਕਰਕੇ ਇਹ ਮੈਨੂੰ ਉਕਸਾ ਰਹੀ ਹੈ ਅਤੇ ਬੈਨ ਹੁਣ ਉਸ ਔਰਤ ਨੂੰ ਸਿੱਧਾ ਹੀ ਪੁੱਛ ਲੈਂਦਾ ਹੈ ਕਿ ਤੂੰ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਮੈਂ ਤੇਰੇ ਨਾਲ ਕੋਈ ਗਲਤ ਕੰਮ ਕਰ ਸਕਾਂ। ਪਰ ਉਹ ਔਰਤ ਉਸ ਨੂੰ ਇਹ ਕਹਿੰਦੀ ਹੈ ਕਿ ਮੈਂ ਇਸ ਤਰ੍ਹਾਂ ਕੁਝ ਵੀ ਨਹੀਂ ਚਾਹੁੰਦੀ। ਥੋੜੇ ਸਮੇਂ ਬਾਅਦ ਉਹ ਔਰਤ ਉਸ ਨੂੰ ਆਪਣੀ ਕੁੜੀ ਦਾ ਸਮਾਨ ਦਿਖਾਉਣ ਦੇ ਲਈ ਆਪਣੀ ਕੁੜੀ ਦੇ ਕਮਰੇ ਦੇ ਵਿੱਚ ਲੈ ਜਾਂਦੀ ਹੈ ਅਤੇ ਉਹ ਉੱਥੇ ਉਸ ਨੂੰ ਆਪਣੀ ਕੁੜੀ ਦਾ ਕੁਝ ਸਮਾਨ ਵੀ ਦਿਖਾਉਂਦੀ ਹੈ। ਹੁਣ ਮਿਸਿਜ਼ ਰੋਬਿਨਸਨ ਬੈਨ ਨੂੰ ਇਹ ਕਹਿੰਦੀ ਹੈ ਕਿ ਤੂੰ ਮੇਰੀ ਡਰੈਸ ਜਾਣੀ ਕਿ ਮੇਰੇ ਪਹਿਰਾਵੇ ਦੀ ਜਿੱਪ ਖੋਲ ਅਤੇ ਉਹ ਉਹਦੀ ਜਿੱਪ ਖੋਲਣ ਲੱਗ ਪੈਂਦਾ ਹੈ ਅਤੇ ਹੁਣ ਉਹ ਔਰਤ ਉਹਦੇ ਸਾਹਮਣੇ ਆਪਣੇ ਸਾਰੇ ਹੀ ਕੱਪੜੇ ਉਤਾਰਨ ਲੱਗ ਪੈਂਦੀ, ਜਿਸ ਕਾਰਨ ਬੈਨ ਘਬਰਾ ਕੇ ਪੌੜੀਆਂ ਰਾਹੀਂ ਉੱਥੋਂ ਹੇਠਾਂ ਚਲੇ ਜਾਂਦਾ ਹੈ। ਪਰ ਹੁਣ ਰੋਬਿਨਸਨ ਉਸ ਨੂੰ ਇਹ ਕਹਿੰਦੀ ਹੈ ਕਿ ਹੇਠਾਂ ਮੇਰਾ ਪਰਸ ਪਿਆ ਹੋਇਆ ਹੈ ਜੋ ਕਿ ਮੇਜ਼ ਦੇ ਉੱਤੇ ਪਿਆ ਹੋਇਆ ਹੈ, ਉਹਨੂੰ ਮੇਰੇ ਕੋਲ ਲੈ ਕੇ ਆ। ਹੁਣ ਜਦੋਂ ਬੈਨ ਪਰਸ ਲੈ ਕੇ ਆਉਂਦਾ ਹੈ ਅਤੇ ਰੋਬਿਨਸਨ ਬਾਥਰੂਮ ਵਿੱਚੋਂ ਉਸ ਨੂੰ ਇਹ ਕਹਿੰਦੀ ਹੈ ਕਿ ਇਸ ਨੂੰ ਮੇਰੇ ਬੈੱਡ ਦੇ ਉੱਤੇ ਰੱਖ ਦੇ। ਹੁਣ ਜਦੋਂ ਬੈਨ ਉਹਦੇ ਬੈੱਡ ਦੇ ਉੱਤੇ ਪਰਸ ਰੱਖਣ ਦੇ ਲਈ ਜਾਂਦਾ ਹੈ ਤਾਂ ਰੋਬਿਨਸਨ ਬਾਥਰੂਮ ਦੇ ਵਿੱਚੋਂ ਬਿਨਾਂ ਕੱਪੜਿਆਂ ਤੋਂ ਹੀ ਆ ਕੇ ਦਰਵਾਜ਼ਾ ਲੌਕ ਕਰ ਦਿੰਦੀ ਹੈ ਤਾਂ ਜੋ ਬੈਨ ਉਸ ਕਮਰੇ ਦੇ ਵਿੱਚੋਂ ਬਾਹਰ ਨਾ ਜਾ ਸਕੇ ਅਤੇ ਉਹ ਉਸ ਨੂੰ ਇਹ ਕਹਿੰਦੀ ਹੈ ਕਿ ਜੋ ਤੇਰੇ ਦਿਲ ਵਿੱਚ ਹੈ ਤੂੰ ਉਹ ਮੇਰੇ ਨਾਲ ਕਰ ਸਕਦਾ ਹੈ ਅਤੇ ਤੂੰ ਮੈਨੂੰ ਜਿੱਥੇ ਸੱਦੇਂਗਾ ਮੈਂ ਉੱਥੇ ਹੀ ਆਵਾਂਗੀ। ਅਤੇ ਤਦੇ ਹੀ ਉਹਨਾਂ ਨੂੰ ਰੋਬਿਨਸਨ ਦੇ ਘਰ ਵਾਲੇ ਦੀ ਗੱਡੀ ਦੀ ਆਵਾਜ਼ ਸੁਣਾਈ ਦਿੰਦੀ ਹੈ, ਜਿਸ ਕਾਰਨ ਬੈਨ ਹੁਣ ਦਰਵਾਜ਼ਾ ਖੋਲ੍ਹ ਕੇ ਭੱਜ ਕੇ ਹੇਠਾਂ ਚਲੇ ਜਾਂਦਾ ਹੈ ਅਤੇ ਉਹ ਹੇਠਾਂ ਜਾ ਕੇ ਇੱਕ ਪਾਸੇ ਬੈਠ ਜਾਂਦਾ ਹੈ। ਹੁਣ ਮਿਸਟਰ ਰੋਬਿਨਸਨ ਜਾਣੀ ਕਿ ਇਹ ਉਸੇ ਔਰਤ ਦਾ ਘਰ ਵਾਲਾ ਹੈ ਅਤੇ ਇਹਦਾ ਨਾਮ ਮਿਸਟਰ ਰੋਬਿਨਸਨ ਹੈ ਅਤੇ ਇਹਦੀ ਘਰਵਾਲੀ ਦਾ ਨਾਮ ਮਿਸਿਜ਼ ਰੋਬਿਨਸਨ ਹੈ। ਉਹ ਅੰਦਰ ਆਉਂਦਾ ਹੈ ਅਤੇ ਉਹ ਬੈਨ ਨੂੰ ਪੁੱਛਣ ਲੱਗ ਪੈਂਦਾ ਹੈ ਕਿ ਤੂੰ ਇੰਨਾ ਕੰਬ ਕਿਉਂ ਰਿਹਾ ਹੈ ਅਤੇ ਬੈਨ ਹੁਣ ਉਸ ਨੂੰ ਕੀ ਦੱਸੇ ਅਤੇ ਉਹ ਉਸ ਨੂੰ ਇਹ ਕਹਿੰਦਾ ਹੈ ਕਿ ਮੈਂ ਆਪਣੇ ਫਿਊਚਰ ਜਾਣੀ ਕਿ ਆਪਣੇ ਭਵਿੱਖ ਬਾਰੇ ਸੋਚ ਰਿਹਾ ਹਾਂ ਅਤੇ ਹੁਣ
ਹੁਣ ਉਹ ਕੁਝ ਸਮਾਂ ਆਪਸ ਵਿੱਚ ਹੀ ਗੱਲਾਂ ਕਰਦੇ ਹਨ ਅਤੇ ਬਾਅਦ ਵਿੱਚ ਰੋਬਿਨਸਨ ਅਤੇ ਉਹਦੀ ਘਰਵਾਲੀ ਬੈਨ ਨੂੰ ਛੱਡਣ ਦੇ ਲਈ ਘਰ ਤੋਂ ਬਾਹਰ ਆਉਂਦੇ ਹਨ ਅਤੇ ਹੁਣ ਬੈਨ ਆਪਣੇ ਘਰ ਚਲੇ ਜਾਂਦਾ ਹੈ। ਹੁਣ ਅਸੀਂ ਇਹ ਦੇਖਦੇ ਹਾਂ ਕਿ ਅਗਲੇ ਦਿਨ ਬੈਨ ਦੇ ਘਰ ਵਿੱਚ ਪੂਲ ਪਾਰਟੀ ਚੱਲ ਰਹੀ ਹੁੰਦੀ ਹੈ ਅਤੇ ਪਾਰਟੀ ਖਤਮ ਹੋਣ ਤੋਂ ਬਾਅਦ ਵਿੱਚ ਬੈਨ ਇੱਕ ਹੋਟਲ ਦੇ ਵਿੱਚ ਚਲੇ ਜਾਂਦਾ ਹੈ ਅਤੇ ਉੱਥੇ ਉਹ ਮਿਸੇਜ ਰੋਬਿਨਸਨ ਨੂੰ ਫੋਨ ਕਰਦਾ ਹੈ ਅਤੇ ਉਹਨੂੰ ਉੱਥੇ ਆਉਣ ਲਈ ਕਹਿੰਦਾ ਹੈ। ਹੁਣ ਰੋਬਿਨਸਨ ਵੀ ਉੱਥੇ ਆ ਜਾਂਦੀ ਹੈ ਅਤੇ ਉਹ ਉਸ ਨੂੰ ਇੱਕ ਕਮਰਾ ਬੁੱਕ ਕਰਨ ਲਈ ਕਹਿੰਦੀ ਹੈ। ਹੁਣ ਬੈਨ ਵੀ ਇੱਕ ਕਮਰਾ ਬੁੱਕ ਕਰ ਦਿੰਦਾ ਹੈ ਅਤੇ ਸਭ ਤੋਂ ਪਹਿਲਾਂ ਬੈਨ ਹੀ ਉਸ ਕਮਰੇ ਦੇ ਵਿੱਚ ਜਾਂਦਾ ਹੈ ਅਤੇ ਬਾਅਦ ਵਿੱਚ ਰੋਬਿਨਸਨ ਵੀ ਉਸ ਕਮਰੇ ਦੇ ਵਿੱਚ ਆਉਂਦੀ ਹੈ ਅਤੇ ਹੁਣ ਬੈਨ ਰੋਬਿਨਸਨ ਨੂੰ ਕਿਸ ਕਰਨ ਲੱਗ ਪੈਂਦਾ ਹੈ ਅਤੇ ਰੋਬਿਨਸਨ ਵੀ ਹੁਣ ਉਹਦੇ ਸਾਹਮਣੇ ਹੀ ਕੱਪੜੇ ਲਾਉਣ ਲੱਗ ਪੈਂਦੀ ਹੈ। ਪਰ ਬੈਨ ਹੁਣ ਉਸ ਨੂੰ ਛੱਡ ਦਿੰਦਾ ਹੈ ਅਤੇ ਉਹ ਇੱਕ ਪਾਸੇ ਜਾ ਕੇ ਖੜਾ ਹੋ ਜਾਂਦਾ ਹੈ। ਉਸ ਨੂੰ ਆਪਣੇ ਮਾਪਿਆਂ ਦੀ ਯਾਦ ਆ ਰਹੀ ਸੀ ਅਤੇ ਉਹ ਹੁਣ ਰੋਬਿਨਸਨ ਨੂੰ ਇਹ ਕਹਿੰਦਾ ਹੈ ਕਿ ਉਹ ਇਹ ਸਭ ਕੁਝ ਨਹੀਂ ਕਰ ਸਕਦਾ ਅਤੇ ਰੋਬਿਨਸਨ ਉਸ ਨੂੰ ਇਹ ਕਹਿੰਦੀ ਹੈ ਕਿ ਇਹ ਤੇਰਾ ਫਸਟ ਟਾਈਮ ਹੈ। ਪਰ ਬੈਨ ਉਸ ਨੂੰ ਮਨਾ ਕਰ ਦਿੰਦਾ ਹੈ ਅਤੇ ਰੋਬਿਨਸਨ ਉਸ ਨੂੰ ਫਿਰ ਕਹਿੰਦੀ ਹੈ ਕਿ ਇਹ ਤੇਰਾ ਫਸਟ ਟਾਈਮ ਹੈ, ਜਿਸ ਕਾਰਨ ਬੈਨ ਨੂੰ ਗੁੱਸਾ ਆ ਜਾਂਦਾ ਹੈ ਅਤੇ ਹੁਣ ਉਹ ਜਾ ਕੇ ਦਰਵਾਜ਼ਾ ਲੌਕ ਕਰ ਦਿੰਦਾ ਹੈ ਅਤੇ ਉਸ ਤੋਂ ਬਾਅਦ ਵਿੱਚ ਸਾਨੂੰ ਉੱਥੇ ਕੁਝ ਵੀ ਦਿਖਾਈ ਨਹੀਂ ਦਿੰਦਾ ਅਤੇ ਉੱਥੇ ਗਾਣੇ ਚੱਲਣ ਲੱਗ ਪੈਂਦੇ ਹਨ। ਹੁਣ ਅਗਲੇ ਦਿਨ ਅਸੀਂ ਬੈਨ ਨੂੰ ਦੇਖਦੇ ਹਾਂ ਜੋ ਕਿ ਆਪਣੇ ਘਰ ਦੇ ਵਿੱਚ ਸਵੀਮਿੰਗ ਪੂਲ ਦੇ ਵਿੱਚ ਹੀ ਹੁੰਦਾ ਹੈ ਅਤੇ ਉਹ ਸਿਰਫ ਮਿਸੇਜ ਰੋਬਿਨਸਨ ਦੇ ਬਾਰੇ ਹੀ ਸੋਚ ਰਿਹਾ ਹੁੰਦਾ ਹੈ। ਭਾਈ ਯਾਰ ਉਹਦੇ ਬਾਰੇ ਹੀ ਸੋਚਣਾ ਉਹਨੇ। ਅਤੇ ਉਧਰੋਂ ਉਸ ਦਾ ਪਿਤਾ ਉਸ ਨੂੰ ਇਹ ਕਹਿੰਦਾ ਹੈ ਕਿ ਤੂੰ ਆਪਣੀ ਪੜ੍ਹਾਈ ਵੱਲ ਕਿਉਂ ਨਹੀਂ ਧਿਆਨ ਦੇ ਰਿਹਾ। ਅਤੇ ਹੁਣ ਥੋੜੀ ਦੇਰ ਬਾਅਦ ਉੱਥੇ ਮਿਸੇਜ ਰੋਬਿਨਸਨ ਅਤੇ ਉਹਦੇ ਘਰ ਵਾਲਾ ਆ ਜਾਂਦੇ ਹਨ। ਇਹ ਉਹੀ ਔਰਤ ਆ ਜਿਹਦੇ ਨਾਲ ਬੈਨ ਦਾ ਚੱਕਰ ਚੱਲ ਰਿਹਾ ਅਤੇ ਉਹ ਉੱਥੇ ਇਹਨਾਂ ਨੂੰ ਇਹ ਦੱਸਦੇ ਆ ਕਿ ਸਾਡੀ ਕੁੜੀ ਵਰਕਲੇ ਤੋਂ ਵਾਪਸ ਆਉਣ ਵਾਲੀ ਹੈ। ਹੁਣ ਅਸੀਂ ਇਹ ਦੇਖਦੇ ਹਾਂ ਕਿ ਅਗਲੇ ਦਿਨ ਬੈਨ ਤੋਂ ਉਹਦੀ ਮਾਂ ਪੁੱਛਦੀ ਹੈ ਕਿ ਤੂੰ ਰਾਤ ਨੂੰ ਕਿੱਥੇ ਗਿਆ ਸੀ, ਪਰ ਬੈਨ ਉਸ ਨੂੰ ਇੱਥੇ ਇਹ ਕਹਿੰਦਾ ਕਿ ਮੈਂ ਰਾਤੀ ਕਿਤੇ ਵੀ ਨਹੀਂ ਗਿਆ ਸੀ, ਮੈਂ ਤਾਂ ਘਰੇ ਹੀ ਸੀ। ਹੁਣ ਅਗਲੇ ਦਿਨ ਅਸੀਂ ਇਹ ਦੇਖਦੇ ਹਾਂ ਕਿ ਬੈਨ ਰੋਬਿਨਸਨ ਦੇ ਨਾਲ ਬੈੱਡ ਦੇ ਉੱਤੇ ਪਿਆ ਹੁੰਦਾ ਹੈ ਅਤੇ ਉਹ ਉਸ ਔਰਤ ਤੋਂ ਉਹਦੀ ਕਾਲਜ ਲਾਈਫ ਬਾਰੇ ਪੁੱਛਦਾ ਹੈ ਅਤੇ ਜਿੱਥੇ ਰੋਬਿਨਸਨ ਉਸ ਨੂੰ ਇਹ ਕਹਿੰਦੀ ਹੈ ਕਿ ਮੈਂ ਤੇ ਮੇਰੇ ਘਰ ਵਾਲਾ ਅਸੀਂ ਕਾਲਜ ਦੇ ਵਿੱਚ ਇਕੱਠੇ ਹੀ ਪੜ੍ਹਦੇ ਸੀ ਅਤੇ ਬੈਨ ਹੁਣ ਉਸ ਨੂੰ ਇਹ ਪੁੱਛਦਾ ਹੈ ਕਿ ਤੁਹਾਡੀ ਪਹਿਲੀ ਮੁਲਾਕਾਤ ਕਿੱਥੇ ਹੋਈ ਸੀ, ਤੁਹਾਡੀ ਪਹਿਲੀ ਮੁਲਾਕਾਤ ਹੋਟਲ ਵਿੱਚ ਹੋਈ ਸੀ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ। ਅਤੇ ਹੁਣ ਉਹ ਔਰਤ ਉਸ ਨੂੰ ਇਹ ਦੱਸਦੀ ਹੈ ਕਿ ਸਾਡੀ ਪਹਿਲੀ ਮੁਲਾਕਾਤ ਇੱਕ ਫੋਰਡ ਕਾਰ ਵਿੱਚ ਹੋਈ ਸੀ ਅਤੇ ਬੈਨ ਹੁਣ ਉਸ ਨੂੰ ਇਹ ਕਹਿੰਦਾ ਹੈ ਕਿ ਤੇਰੀ ਕੁੜੀ ਦੀ ਜਰਨੀ ਇੱਕ ਫੋਰਡ ਕਾਰ ਤੋਂ ਸ਼ੁਰੂ ਹੋਈ ਹੈ, ਜਿਸ ਕਾਰਨ ਰੋਬਿਨਸਨ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਉਸ ਨੂੰ ਕਹਿੰਦੀ ਆ ਕਿ ਤੂੰ ਮੇਰੀ ਕੁੜੀ ਕੋਲੋਂ ਦੂਰ ਹੀ ਰਹੀਂ। ਪਰ ਮੁੰਡਾ ਉਸ ਨੂੰ ਇਹ ਕਹਿੰਦਾ ਹੈ ਕਿ ਮੈਂ ਤੇਰੀ ਕੁੜੀ ਨੂੰ ਡੇਟ ਦੇ ਉੱਤੇ ਲੈ ਕੇ ਜਾਵਾਂਗਾ। ਕਹਿੰਦੀ ਹੈ ਕਿ ਤੂੰ ਮੇਰੀ ਕੁੜੀ ਨੂੰ ਕਿਤੇ ਵੀ ਨਹੀਂ ਲੈ ਕੇ ਜਾਵੇਂਗਾ, ਜਿਸ ਕਰਕੇ ਬੈਨ ਨੂੰ ਗੁੱਸਾ ਆ ਜਾਂਦਾ ਤੇ ਉਹ ਕੱਪੜੇ ਪਾ ਕੇ ਉੱਥੋਂ ਚਲੇ ਜਾਂਦਾ ਹੈ। ਹੁਣ ਅਗਲੇ ਸੀਨ ਦੇ ਵਿੱਚ ਅਸੀਂ ਬੈਨ ਅਤੇ ਉਹਦੇ ਮਾਤਾ ਪਿਤਾ ਨੂੰ ਦੇਖਦੇ ਹਾਂ ਜੋ ਕਿ ਇਕੱਠੇ ਹੀ ਬ੍ਰੇਕਫਾਸਟ ਕਰ ਰਹੇ ਹੁੰਦੇ ਹਨ ਅਤੇ ਉੱਥੇ ਉਹਦੇ ਮਾਤਾ ਪਿਤਾ ਰੋਬਿਨਸਨ ਦੀ ਕੁੜੀ ਨੂੰ ਡੇਟ ਦੇ ਉੱਤੇ ਲਿਜਾਣ ਦੇ ਲਈ ਉਹਨੂੰ ਕਹਿੰਦੇ ਹਨ, ਪਰ ਬੈਨ ਆਪਣੇ ਮਾਤਾ ਪਿਤਾ ਨੂੰ ਮਨਾ ਕਰ ਦਿੰਦਾ ਹੈ ਅਤੇ ਅਗਲੇ ਦਿਨ ਬੈਨ ਰੋਬਿਨਸਨ ਦੇ ਘਰ ਜਾਂਦਾ ਹੈ ਜਿੱਥੇ ਉਹ ਤੇ ਉਹਦੀ ਘਰਵਾਲੀ ਇਕੱਠੇ ਹੀ ਬੈਠ ਕੇ ਟੀਵੀ ਦੇਖ ਰਹੇ ਹੁੰਦੇ ਹਨ। ਅਤੇ ਹੁਣ ਮਿਸਟਰ ਰੋਬਿਨਸਨ ਆਪਣੀ ਕੁੜੀ ਨੂੰ ਬੁਲਾਉਣ ਦੇ ਲਈ ਜਦੋਂ ਜਾਂਦਾ ਹੈ ਤਾਂ ਬੈਨ ਰੋਬਿਨਸਨ ਨੂੰ ਇਹ ਕਹਿੰਦਾ ਹੈ ਕਿ ਮੇਰੇ ਘਰਦਿਆਂ ਨੇ ਮੈਨੂੰ ਇਹ ਕਿਹਾ ਹੈ ਕਿ ਮੈਂ ਤੇਰੀ ਕੁੜੀ ਨੂੰ ਡੇਟ ਦੇ ਉੱਤੇ ਲੈ ਕੇ ਜਾਵਾਂ। ਅਤੇ ਅਗਲੇ ਸੀਨ ਦੇ ਵਿੱਚ ਹੀ ਬੈਨ ਉਹਨਾਂ ਦੀ ਕੁੜੀ ਇਲੇਨ ਨੂੰ ਡੇਟ ਦੇ ਉੱਤੇ ਲਿਜਾ ਰਿਹਾ ਹੁੰਦਾ ਹੈ ਤੇ ਉਹ ਉਸ ਨੂੰ ਇੱਕ ਬਾਰ ਦੇ ਵਿੱਚ ਲੈ ਜਾਂਦਾ ਹੈ। ਹੁਣ ਉਸ ਬਾਰ ਦੇ ਵਿੱਚ ਇੱਕ ਡਾਂਸਰ ਬਹੁਤ ਗੰਦਾ ਡਾਂਸ ਕਰ ਰਹੀ ਹੁੰਦੀ ਹੈ ਅਤੇ ਜਦੋਂ ਉਹ ਡਾਂਸਰ ਇਲੇਨ ਦੇ ਕੋਲ ਆਉਂਦੀ ਹੈ ਤਾਂ ਬੈਨ ਉਸ ਡਾਂਸਰ ਨੂੰ ਧੱਕਾ ਦੇ ਦਿੰਦਾ ਹੈ, ਜਿਸ ਕਾਰਨ ਇਲੇਨ ਰੋਂਦੀ ਰੋਂਦੀ ਉਸ ਬਾਰ ਵਿੱਚੋਂ ਬਾਹਰ ਆ ਜਾਂਦੀ ਹੈ ਅਤੇ ਬੈਨ ਵੀ ਉਹਦੇ ਮਗਰ ਉਸ ਬਾਰ ਦੇ ਵਿੱਚੋਂ ਬਾਹਰ ਆ ਜਾਂਦਾ ਹੈ। ਹੁਣ ਉਹ ਦੋਨੇ ਜਾਣੇ ਇੱਕ ਬੱਸ ਸਟਾਪ ਦੇ ਉੱਤੇ ਜਾਂਦੇ ਹਨ ਜਿੱਥੇ ਬੈਨ ਉਸ ਨੂੰ ਇਹ ਕਹਿੰਦਾ ਹੈ ਕਿ ਮੈਨੂੰ ਮੇਰੇ ਘਰਦਿਆਂ ਨੇ ਇਹ ਸਭ ਕੁਝ ਕਰਨ ਦੇ ਲਈ ਕਿਹਾ ਸੀ ਅਤੇ ਬਾਅਦ ਵਿੱਚ ਉਹ ਹੌਲੀ-ਹੌਲੀ ਇਲੇਨ ਨੂੰ ਮਨਾ ਵੀ ਲੈਂਦਾ ਹੈ ਅਤੇ ਹੁਣ ਉਹ ਦੋਨੇ ਜਾਣੇ ਕਿਤੇ ਹੋਰ ਘੁੰਮਣ ਦੇ ਲਈ ਚਲੇ ਜਾਂਦੇ ਹਨ। ਹੁਣ ਇਲੇਨ ਬੈਨ ਨੂੰ ਇਹ ਕਹਿੰਦੀ ਹੈ ਕਿ ਆਪਾਂ ਨੂੰ ਕਿਸੇ ਹੋਟਲ ਦੇ ਵਿੱਚ ਜਾਣਾ ਚਾਹੀਦਾ ਹੈ ਅਤੇ ਬੈਨ ਉਸ ਨੂੰ ਉਸੇ ਹੋਟਲ ਦੇ ਵਿੱਚ ਲੈ ਜਾਂਦਾ ਹੈ ਜਿੱਥੇ ਉਹ ਆਪਣੀ ਹੋਣ ਵਾਲੀ ਸੱਸ ਨੂੰ ਲੈ ਕੇ ਜਾਂਦਾ ਹੁੰਦਾ ਸੀ, ਜਾਣੀ ਕਿ ਜਿੱਥੇ ਉਹ ਰੋਬਿਨਸਨ ਨੂੰ ਲੈ ਕੇ ਜਾਂਦਾ ਹੁੰਦਾ ਸੀ ਉਹ ਇਸ ਨੂੰ ਵੀ ਉਸੇ ਹੋਟਲ ਦੇ ਵਿੱਚ ਲੈ ਜਾਂਦਾ ਹੈ। ਅਤੇ ਜਦੋਂ ਉਹ ਉਸ ਹੋਟਲ ਦੇ ਵਿੱਚ ਜਾਂਦਾ ਹੈ ਤਾਂ ਹੋਟਲ ਦੇ ਕਰਮਚਾਰੀ ਬੈਨ ਨੂੰ ਛੇੜਨ ਲੱਗ ਪੈਂਦੇ ਹਨ, ਜਿਸ ਕਰਕੇ ਉਹ ਹੋਟਲ ਦੇ ਵਿੱਚੋਂ ਬਾਹਰ ਆ ਜਾਂਦਾ ਹੈ
ਹੈ ਅਤੇ ਹੁਣ ਬੈਨ ਅਤੇ ਇਲੇਨ ਦੋਨੇ ਜਾਣੇ ਗੱਡੀ ਵਿੱਚ ਬੈਠ ਕੇ ਗੱਲਾਂ ਕਰਨ ਲੱਗ ਪੈਂਦੇ ਹਨ। ਹੁਣ ਇਲੇਨ ਬੈਨ ਤੋਂ ਇਹ ਪੁੱਛਦੀ ਆ ਕਿ ਤੇਰਾ ਅਫੇਅਰ ਕਿਸੇ ਹੋਰ ਕੁੜੀ ਦੇ ਨਾਲ ਤਾਂ ਨਹੀਂ, ਪਰ ਬੈਨ ਉਸ ਨੂੰ ਕਿੱਦਾਂ ਦੱਸ ਸਕਦਾ ਸੀ ਕਿ ਮੇਰਾ ਅਫੇਅਰ ਤੇਰੀ ਮਦਰ ਦੇ ਨਾਲ ਹੈ ਅਤੇ ਉਹ ਉਸ ਨੂੰ ਇਹ ਕਹਿੰਦਾ ਹੈ ਕਿ ਉਸਨੇ ਸਭ ਕੁਝ ਛੱਡ ਦਿੱਤਾ ਹੈ। ਮੇਰਾ ਅਫੇਅਰ ਪਹਿਲਾਂ ਇੱਕ ਵਿਆਹੀ ਹੋਈ ਕੁੜੀ ਦੇ ਨਾਲ ਸੀ ਅਤੇ ਹੁਣ ਮੈਂ ਉਸ ਨੂੰ ਛੱਡ ਦਿੱਤਾ ਹੈ ਅਤੇ ਇਲੇਨ ਉਸ ਨੂੰ ਇਹ ਕਹਿੰਦੀ ਹੈ ਕਿ ਤੂੰ ਸਭ ਕੁਝ ਛੱਡ ਦਿੱਤਾ ਹੈ ਅਤੇ ਬੈਨ ਉਸ ਨੂੰ ਉੱਥੇ ਹਾਂ ਕਹਿੰਦਾ ਹੈ ਅਤੇ ਬਾਅਦ ਵਿੱਚ ਉਹ ਉਸ ਕੁੜੀ ਨੂੰ ਉਸਦੇ ਘਰ ਵਿੱਚ ਜਾ ਕੇ ਛੱਡ ਦਿੰਦਾ ਹੈ। ਹੁਣ ਅਗਲੇ ਦਿਨ ਬਹੁਤ ਮੀਂਹ ਪੈ ਰਿਹਾ ਹੁੰਦਾ ਹੈ। ਬੈਨ ਉਸ ਕੁੜੀ ਨੂੰ ਮਿਲਣ ਦੇ ਲਈ ਉਹਦੇ ਘਰ ਵੱਲ ਜਾ ਰਿਹਾ ਹੁੰਦਾ ਹੈ ਅਤੇ ਰਾਸਤੇ ਵਿੱਚ ਰੋਬਿਨਸਨ ਜਾਣੀ ਕਿ ਉਸ ਕੁੜੀ ਦੀ ਮਾਂ ਗੱਡੀ ਰੁਕਵਾ ਲੈਂਦੀ ਹੈ ਤੇ ਉਸਦੇ ਨਾਲ ਬੈਠ ਜਾਂਦੀ ਹੈ ਅਤੇ ਉਹ ਉਸ ਨੂੰ ਪੁੱਛਦੀ ਹੈ ਕਿ ਤੂੰ ਕਿੱਧਰ ਜਾ ਰਿਹਾ ਹੈ ਅਤੇ ਬੈਨ ਉਸ ਨੂੰ ਇਹ ਕਹਿੰਦਾ ਕਿ ਮੈਂ ਤੇਰੀ ਕੁੜੀ ਨੂੰ ਮਿਲਣ ਦੇ ਲਈ ਜਾ ਰਿਹਾ ਹਾਂ, ਪਰ ਰੋਬਿਨਸਨ ਉਸ ਨੂੰ ਇੱਥੇ ਇਹ ਕਹਿੰਦੀ ਹੈ ਕਿ ਮੈਂ ਆਪਣੀ ਕੁੜੀ ਨੂੰ ਸਭ ਕੁਝ ਸੱਚ-ਸੱਚ ਦੱਸ ਦੇਵਾਂਗੀ ਅਤੇ ਹੁਣ ਬੈਨ ਗੱਡੀ ਵਿੱਚੋਂ ਉਤਰ ਕੇ ਭੱਜ ਕੇ ਰੋਬਿਨਸਨ ਦੇ ਘਰ ਵੱਲ ਚਲੇ ਜਾਂਦਾ ਹੈ ਤਾਂ ਜੋ ਉਹ ਇਲੇਨ ਨੂੰ ਮਿਲ ਸਕੇ ਅਤੇ ਉੱਥੇ ਉਹ ਜਾ ਕੇ ਇਲੇਨ ਦੇ ਕਮਰੇ ਦੇ ਵਿੱਚ ਚਲੇ ਜਾਂਦਾ ਹੈ ਜਾਣੀ ਕਿ ਰੋਬਿਨਸਨ ਦੀ ਕੁੜੀ ਦੇ ਕਮਰੇ ਦੇ ਵਿੱਚ ਚਲੇ ਜਾਂਦਾ ਹੈ ਅਤੇ ਉੱਥੇ ਉਹ ਜਾ ਕੇ ਉਸ ਨੂੰ ਸਭ ਕੁਝ ਸੱਚ-ਸੱਚ ਦੱਸ ਦਿੰਦਾ ਹੈ ਕਿ ਮੇਰਾ ਅਫੇਅਰ ਤੇਰੀ ਮਦਰ ਦੇ ਨਾਲ ਹੈ, ਜਿਸ ਕਾਰਨ ਕੁੜੀ ਗੁੱਸੇ ਦੇ ਵਿੱਚ ਆ ਜਾਂਦੀ ਹੈ ਤੇ ਉਹ ਉਸ ਨੂੰ ਆਪਣੇ ਕਮਰੇ ਦੇ ਵਿੱਚੋਂ ਕੱਢ ਦਿੰਦੀ ਹੈ। ਹੁਣ ਅਗਲੇ ਸੀਨ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਇਲੇਨ ਬਰਕਲੇ ਜਾ ਰਹੀ ਹੁੰਦੀ ਹੈ ਜਾਣੀ ਕਿ ਜਿੱਥੇ ਉਹ ਆਪਣੀ ਪੜ੍ਹਾਈ ਕਰਦੀ ਆ ਅਤੇ ਬੈਨ ਵੀ ਆਪਣੀ ਗੱਡੀ ਚੱਕ ਕੇ ਬਰਕਲੇ ਚਲੇ ਜਾਂਦਾ ਹੈ ਅਤੇ ਹੁਣ ਉਹ ਇਲੇਨ ਦੇ ਕਾਲਜ ਵਿੱਚ ਜਾ ਕੇ ਉਸ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਉੱਥੇ ਉਹ ਇੱਕ ਕਮਰਾ ਵੀ ਕਿਰਾਏ ਤੇ ਲੈ ਲੈਂਦਾ ਹੈ ਤਾਂ ਜੋ ਉਹ ਇਲੇਨ ਦੇ ਉੱਤੇ ਨਜ਼ਰ ਰੱਖ ਸਕੇ ਅਤੇ ਇੱਕ ਦਿਨ ਜਦੋਂ ਉਹ ਇਲੇਨ ਨੂੰ ਬੱਸ ਵਿੱਚ ਬੈਠੀ ਹੋਈ ਨੂੰ ਦੇਖਦਾ ਹੈ ਤਾਂ ਉਹ ਭੱਜ ਕੇ ਉਸ ਬੱਸ ਦੇ ਵਿੱਚ ਚੜ ਜਾਂਦਾ ਹੈ ਅਤੇ ਉਹ ਇਲੇਨ ਦੇ ਨਾਲ ਗੱਲ ਕਰਨੀ ਚਾਹੁੰਦਾ ਹੈ ਪਰ ਕੁੜੀ ਉਸ ਨੂੰ ਇਗਨੋਰ ਕਰ ਦਿੰਦੀ ਹੈ। ਪਰ ਬਾਅਦ ਵਿੱਚ ਕੁਝ ਸਮੇਂ ਬਾਅਦ ਉਹ ਕੁੜੀ ਉਸ ਨੂੰ ਇਹ ਕਹਿੰਦੀ ਹੈ ਕਿ ਮੈਂ ਇੱਥੇ ਇੱਕ ਚਿੜੀਆ ਘਰ ਦੇ ਵਿੱਚ ਜਾ ਰਹੀ ਹਾਂ। ਹੁਣ ਅਸੀਂ ਇਹ ਦੇਖਦੇ ਹਾਂ ਕਿ ਉਹ ਦੋਨੇ ਜਾਣੇ ਚਿੜੀਆ ਘਰ ਦੇ ਵਿੱਚ ਜਾਂਦੇ ਹਨ। ਬੈਨ ਤਾਂ ਉਹਦਾ ਪਿੱਛਾ ਹੀ ਕਰ ਰਿਹਾ ਸੀ ਵੈਸੇ ਅਤੇ ਉੱਥੇ ਜਾ ਕੇ ਇਲੇਨ ਇੱਕ ਡਾਕਟਰ ਨੂੰ ਮਿਲਦੀ ਹੈ। ਹੁਣ ਇਲੇਨ ਉਸ ਡਾਕਟਰ ਦੇ ਨਾਲ ਚਲੇ ਜਾਂਦੀ ਹੈ ਅਤੇ ਅਗਲੇ ਦਿਨ ਇਲੇਨ ਬੈਨ ਦੇ ਕਮਰੇ ਵਿੱਚ ਆਉਂਦੀ ਹੈ ਅਤੇ ਉਸ ਨੂੰ ਇਹ ਪੁੱਛਣ ਲੱਗ ਪੈਂਦੀ ਹੈ ਕਿ ਤੂੰ ਇਸ ਸ਼ਹਿਰ ਜਾਣੀ ਕਿ ਬਰਕਲੇ ਵਿੱਚ ਕਿਉਂ ਆਇਆ ਹੈ ਅਤੇ ਤੂੰ ਮੈਨੂੰ ਇਹ ਵੀ ਦੱਸ ਕਿ ਤੂੰ ਮੇਰੀ ਮਦਰ ਦੇ ਨਾਲ ਗਲਤ ਕੰਮ ਕਿਉਂ ਕੀਤਾ ਹੈ। ਪਰ ਜਦੋਂ ਬੈਨ ਉਸ ਨੂੰ ਸਭ ਸੱਚਾਈ ਦੱਸਣ ਲੱਗਦਾ ਹੈ ਅਤੇ ਉਹ ਉੱਚੀ-ਉੱਚੀ ਬੋਲਣ ਲੱਗ ਪੈਂਦੀ ਹੈ ਜਿਸ ਕਾਰਨ ਕਮਰੇ ਦਾ ਮਾਲਕ ਆਉਂਦਾ ਹੈ ਅਤੇ ਉਹ ਉੱਥੇ ਪੁਲਿਸ ਸੱਦਣ ਦੀ ਗੱਲ ਕਰਨ ਲੱਗ ਪੈਂਦਾ ਹੈ ਜਿਸ ਕਾਰਨ ਬੈਨ ਅਤੇ ਇਲੇਨ ਹੁਣ ਹੌਲੀ-ਹੌਲੀ ਗੱਲਾਂ ਕਰਨ ਲੱਗ ਪੈਂਦੇ ਹਨ। ਪਰ ਹੁਣ ਇਲੇਨ ਉੱਥੋਂ ਚਲੇ ਜਾਂਦੀ ਹੈ। ਹੁਣ ਅਸੀਂ ਇਹ ਦੇਖਦੇ ਹਾਂ ਕਿ ਇਲੇਨ ਕੁਝ ਸਮੇਂ ਬਾਅਦ ਉਸ ਕਮਰੇ ਵਿੱਚ ਵਾਪਸ ਆਉਂਦੀ ਹੈ ਅਤੇ ਉਹ ਬੈਨ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਕਿਸ ਕਰ ਅਤੇ ਬੈਨ ਵੀ ਹੁਣ ਉਸ ਨੂੰ ਕਿਸ ਕਰਦਾ ਹੈ ਅਤੇ ਹੁਣ ਦੋਵੇਂ ਉਹ ਇਕੱਠੇ ਹੀ ਘੁੰਮਣ ਲੱਗ ਪੈਂਦੇ ਹਨ। ਹੁਣ ਅਸੀਂ ਇਹ ਦੇਖਦੇ ਹਾਂ ਕਿ ਇੱਕ ਦਿਨ ਬੈਨ ਜਦੋਂ ਇਲੇਨ ਦੇ ਲਈ ਰਿੰਗ ਖਰੀਦ ਕੇ ਲੈ ਕੇ ਆਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਉਹਦੇ ਹੀ ਕਮਰੇ ਵਿੱਚ ਕੁੜੀ ਦਾ ਪਿਤਾ ਬੈਠਾ ਹੋਇਆ ਹੈ ਅਤੇ ਉਸ ਨੂੰ ਸਭ ਕੁਝ ਪਤਾ ਲੱਗ ਚੁੱਕਾ ਹੈ ਅਤੇ ਹੁਣ ਕੁੜੀ ਦਾ ਪਿਤਾ ਆਪਣੀ ਕੁੜੀ ਨੂੰ ਉਸ ਕਾਲਜ ਵਿੱਚੋਂ ਆਪਣੇ ਘਰ ਵਾਪਸ ਲੈ ਜਾਂਦਾ ਹੈ। ਹੁਣ ਅਸੀਂ ਇਹ ਦੇਖਦੇ ਹਾਂ ਕਿ ਬੈਨ ਇਲੇਨ ਦੇ ਕਾਲਜ ਵਿੱਚ ਚਲੇ ਜਾਂਦਾ ਹੈ ਅਤੇ ਉੱਥੇ ਉਸ ਨੂੰ ਇਲੇਨ ਦੇ ਰੂਮਮੇਟ ਤੋਂ ਇੱਕ ਲੈਟਰ ਮਿਲਦਾ ਹੈ ਜਿਸ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਹੁਣ ਉਹ ਇੱਕ ਡਾਕਟਰ ਨਾਲ ਵਿਆਹ ਕਰਵਾਉਣ ਜਾ ਰਹੀ ਹੈ ਅਤੇ ਹੁਣ ਅਸੀਂ ਇਹ ਦੇਖਦੇ ਹਾਂ ਕਿ ਬੈਨ ਆਪਣੇ ਸ਼ਹਿਰ ਵੱਲ ਚੱਲ ਪੈਂਦਾ ਹੈ ਅਤੇ ਹੁਣ ਰਾਤ ਹੋ ਜਾਂਦੀ ਹੈ ਅਤੇ ਉਹ ਰਾਤ ਨੂੰ ਚੋਰੀ ਰੋਬਿਨਸਨ ਦੇ ਘਰ ਵੱਲ ਜਾ ਰਿਹਾ ਹੁੰਦਾ ਹੈ ਅਤੇ ਜਦੋਂ ਉਹ ਇਲੇਨ ਦੇ ਕਮਰੇ ਵਿੱਚ ਜਾਂਦਾ ਹੈ ਤਾਂ ਉੱਥੇ ਉਸ ਦੀ ਮਾਤਾ ਜਾਣੀ ਕਿ ਰੋਬਿਨਸਨ ਬੈਠੀ ਹੁੰਦੀ ਹੈ ਅਤੇ ਜਦੋਂ ਉਹ ਬੈਨ ਨੂੰ ਦੇਖਦੀ ਹੈ ਤੇ ਉਹ ਪੁਲਿਸ ਨੂੰ ਫੋਨ ਕਰ ਦਿੰਦੀ ਹੈ ਜਿਸ ਕਾਰਨ ਬੈਨ ਉੱਥੋਂ ਭੱਜ ਜਾਂਦਾ ਹੈ ਅਤੇ ਉਹ ਦੌੜ ਕੇ ਚਰਚ ਵੱਲ ਜਾਣ ਲੱਗਦਾ ਹੈ ਕਿਉਂਕਿ ਉੱਥੇ ਉਹਦੀ ਇਲੇਨ ਦਾ ਵਿਆਹ ਉਸ ਡਾਕਟਰ ਦੇ ਨਾਲ ਹੋ ਰਿਹਾ ਹੁੰਦਾ ਹੈ ਅਤੇ ਜਦੋਂ ਉਹ ਉੱਥੇ ਜਾ ਕੇ ਦੇਖਦਾ ਹੈ ਕਿ ਇਲੇਨ ਦਾ ਵਿਆਹ ਹੋ ਰਿਹਾ ਹੈ ਅਤੇ ਇਲੇਨ ਅਤੇ ਡਾਕਟਰ ਇੱਕ ਦੂਜੇ ਨੂੰ ਕਿਸ ਕਰ ਰਹੇ ਹਨ ਅਤੇ ਬੈਨ ਹੁਣ ਉੱਚੀ ਇਲੇਨ ਕਹਿਣ ਲੱਗ ਪੈਂਦਾ ਹੈ। ਹੁਣ ਜਦੋਂ ਇਲੇਨ ਵੀ ਬੈਨ ਵੱਲ ਦੇਖਦੀ ਹੈ ਅਤੇ ਉਹ ਉਹਦੇ ਵੱਲ ਆਉਣ ਲੱਗ ਪੈਂਦੀ ਹੈ, ਉਧਰ ਕੁੜੀ ਦਾ ਪਿਤਾ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਹੁਣ ਮੁੰਡਾ ਰੁਕਦਾ ਕਿਤੇ, ਉਹ ਇਲੇਨ ਦੇ ਕੋਲ ਚਲੇ ਜਾਂਦਾ ਹੈ ਅਤੇ ਹੁਣ ਅਸੀਂ ਦੇਖਦੇ ਹਾਂ ਇਲੇਨ ਅਤੇ ਬੈਨ ਉੱਥੋਂ ਭੱਜ ਜਾਂਦੇ ਹਨ ਅਤੇ ਉਹ ਇੱਕ ਬੱਸ ਵਿੱਚ ਚੜ ਜਾਂਦੇ ਹਨ ਅਤੇ ਬੱਸ ਵਿੱਚ ਚੜ ਕੇ ਉਹ ਉਸ ਦੀ ਸਭ ਤੋਂ ਮਗਰਲੀ ਸੀਟ ਦੇ ਉੱਤੇ ਬੈਠ ਜਾਂਦੇ ਹਨ ਅਤੇ ਇੱਥੇ ਇਹ ਮੂਵੀ ਦੀ ਹੈਪੀ ਐਂਡਿੰਗ ਹੋ ਜਾਂਦੀ ਹੈ। ਅਗਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗੀ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਕਿਉਂਕਿ ਮੈਂ ਇਦਾਂ ਦੀਆਂ ਮੂਵੀਆਂ ਦੀ ਐਕਸਪਲੇਨੇਸ਼ਨ ਲੈ ਕੇ ਆਉਂਦਾ ਰਹਿੰਦਾ ਹਾਂ। ਤੁਹਾਡਾ ਬਹੁਤ ਜ਼ਿਆਦਾ ਧੰਨਵਾਦ।